ਹੁਣ ਨੈਕਸਟ ਕੁਐਸਚਨ ਹੈ ਇਫ ਦ ਨਿਊਮਰੇਟ ਉसी टाइप ਦਾ थर्ड टाइप ਦਾ ਅਸੀਂ ਨੈਕਸਟ ਕੁਐਸਚਨ ਕਰਨਾ ਹੈ। 1 टाइप तक हो गए ਸੀਗੇ, थर्ड टाइप ਦੇ फर्स्ट ਕੁਐਸਚਨ तक हो गया ਸੀ ਸਾਡਾ। ਹੁਣ ਅਸੀਂ ਨੈਕਸਟ ਕਰਾਂਗੇ, ਅਗਲੇ ਕੁਐਸਚਨਸ ਕਰਨੇ ਹੈਗੇ। ਤਾਂ ਸੈਕਿੰਡ ਕੁਐਸਚਨ ਜੋ ਹੈਗਾ थर्ड टाइप ਦਾ ਉਹ ਹੈ ਇਫ ਦ ਨਿਊਮਰੇਟਰ ਆਫ ਅ ਫ੍ਰੈਕਸ਼ਨ ਇਜ਼ ਇਨਕਰੀਜ਼ਡ ਬਾਈ 2 ਐਂਡ ਇਟਸ ਡਿਨੋਮੀਨੇਟਰ ਡਿਕਰੀਜ਼ਡ ਬਾਈ 1 ਦੈਨ ਇਟ ਬਿਕਮਸ 2/3। ठीक है ਹੁਣ क्वेश्चन सेम टू सेम ने फर्स्ट वर्गे ही ने, कुछ नहीं इस न्यूमरेटर डिनोमीनेटर की गल की हुई है। तो पहला तो असी लैट कर लाँगे, न्यूमरेटर एक्स लैट कर लिया, डिनोमीनेटर वाई लैट कर लिया। हुण जो जो उन्होंने कंडीशन दी फॉलो कर दिया। ठीक है, न्यूमरेटर ऑफ अ फ्रैक्शन इज़ इनक्रीज बाय 2, यानी कि अगर असी कहिए एक्स अपॉन वाई दे विच तो एक्स नूं असी 2 नाल इनक्रीज किया एंड इट्स डिनोमीनेटर डिक्रीज बाय 1, डिनोमीनेटर नूं डिक्रीज किया 1 नाल। ठीक है, एनू इनक्रीज एनू डिक्रीज, then it becomes 2/3। ਤਾਂ ਇਹਦਾ ਆਨਸਰ ਆਉਂਦਾ 2/3। ਲੋ ਜੀ ਪਹਿਲੀ ਇਕੁਏਸ਼ਨ ਬਣ ਗਈ x + 2 y - 1 = 2/3। ਦੇਖੋ ਫਸਟ ਇਕੁਏਸ਼ਨ ਸ਼ਾਇਦ ਮੈਂ ਇਹੀ ਲਿਖੀ ਹੈ, x + 2 y - 1 = 2/3। ਠੀਕ ਹੈ, ਉਸ ਤੋਂ ਬਾਅਦ ਅਸੀਂ ਨੂੰ ਅਰੇਂਜ ਕਿੱਦਾਂ ਕਰਨਾ ਉਹ ਸਭ ਕਰ ਲਾਂਗੇ ਪਹਿਲਾਂ, ਲੇਕਿਨ ਫਸਟ ਇਕੁਏਸ਼ਨ ਸਾਨੂੰ ਪਤਾ ਹੋਣੀ ਚਾਹੀਦੀ ਹੈ। ਦੈਨ ਸੈਕਿੰਡ ਕੀ ਲਿਖਿਆ, ਇਫ ਦ ਨਿਊਮਰੇਟਰ ਇਜ਼ ਇਨਕਰੀਜ਼ਡ ਬਾਈ 1। ਹੁਣ ਉਹਨਾਂ ਨੇ ਕਿਹਾ ਨਿਊਮਰੇਟਰ ਨੂੰ ਅਗਰ ਅਸੀਂ 1 ਨਾਲ ਇਨਕਰੀਜ਼ ਕਰੀਏ ਐਂਡ ਡਿਨੋਮੀਨੇਟਰ ਇਨਕਰੀਜ਼ਡ ਬਾਈ 2 ਤੇ ਡਿਨੋਮੀਨੇਟਰ ਨੂੰ 2 ਨਾਲ ਇਨਕਰੀਜ਼ ਕਰੀਏ, ਦੋਨੋਂ ਵਿੱਚ ਇਨਕਰੀਜ਼ ਕਿਹਾ, ਇਹਦੇ ਵਿੱਚ ਡਿਕਰੀਜ਼ ਕਿਹਾ ਸੀ ਬਟ ਇਸ 'ਚ ਇਨਕਰੀਜ਼ ਤੇ ਇਨਕਰੀਜ਼ ਕਰੀਏ 2 ਨਾਲ ਤਾਂ ਆਨਸਰ ਬਣਦਾ 1/3। ਤਾਂ ਆਨਸਰ ਸਾਡਾ 1/3 ਆਉਂਦਾ ਹੈਗਾ ਵਾ। ਹੁਣ ਫ੍ਰੈਕਸ਼ਨਸ ਫਾਈਂਡ ਕਰੋ, ਮਤਲਬ ਕਿ ਦੋਨਾਂ ਤੋਂ ਸਾਨੂੰ ਰਿਜ਼ਲਟ ਕਰਨਾ। ਦੋ ਕੰਡੀਸ਼ਨ ਨੇ, ਪਹਿਲੀ ਤੇ ਦੂਸਰੀ ਵੀ ਚੈੱਕ ਕਰ ਲੈਂਦੇ ਇਹੀ ਹੈ, x + 1 y/2 = 1/3। ਤਾਂ x + 1 y + 2 1/3 ਸਹੀ ਹੈਗੀ ਹੈ, ਸੇਮ ਟੂ ਸੇਮ ਹੀ ਬਣਾਈ ਹੈ ਆਪਾਂ। ਹੁਣ ਅਸੀਂ ਕਰਨਾ ਕਿ ਦੋਨੋਂ ਇਕੁਏਸ਼ਨਾਂ ਲਿਖ ਲਈਆਂ ਪਹਿਲਾਂ, ਜੋ ਪਤਾ ਕਰਨੀ ਹੈ ਨਾ, ਮਤਲਬ ਕਿ ਜੋ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਦੱਸੀ ਹੋਈ ਉਹ ਅਸੀਂ ਇਕੁਏਸ਼ਨ ਪਤਾ ਕਰ ਲਈ, ਇਹ ਵਾਲੀ ਤੇ ਇਹ ਵਾਲੀ। ਹੁਣ ਇਹ ਪਤਾ ਹੋਣ ਤੋਂ ਬਾਅਦ ਅਗਲਾ ਸਟੈਪ ਕੀ ਹੈਗਾ ਵਾ, ਕ੍ਰਾਸ ਮਲਟੀਪਲੀਕੇਸ਼ਨ ਜਿੱਦਾਂ ਦੱਸਿਆ ਸੀਗਾ, 3x + 2 2y - 1। ਠੀਕ ਹੈ, 3x + 2 2y - 1। ਹੁਣ ਮਲਟੀਪਲੀਕੇਸ਼ਨ ਕਰਾਂਗੇ 3x ਬਣੇਗਾ 3 × 2 = 6, ਉਸ ਤਰ੍ਹਾਂ 2y - 2। ਠੀਕ ਹੈ, ਇਹ ਚੀਜ਼ ਬਣ ਗਈ। ਅਸੀਂ ਕੀ ਕਰਨਾ ਹੈ, एक्स वाई इकट्ठे कर लेने हैं। 3x - 2y प्लस द दूसरी साइड -2y हो जाएगा, +6 का दूसरी साइड गया -6 बन जाएगा, -6 - 2 -8। ठीक है, इक्वेशन मतलब कि इतना कर लिया कि एक्स वाई एक साइड हो जाए, जो कॉन्स्टेंट नंबर है दूसरी साइड रहे। इतने तक समझ लग गया। अगर यह चीज़ समझ नहीं आ रही हैगी है तो इस चीज़ लिए भी मैं हूँ थोड़ा जहा बेसिक चीज़ नू करवाने लिए एक अगे दस दूँगा ट्रिक जो हैगी है, उस ट्रिक नाल समझ आ जाएगा। वो की कहते हैं छोटी जी 10-20 मिनट की ही वीडियो एक बना दूँगा या 5-10 मिनट की होगी, ज़्यादा बड़ी वीडियो नहीं होएगी कि यह चीज़ में सॉल्व किद्दां करते होंगे ने। कई बार कई बच्चों को यही नहीं पता, हूँ जिवें +6 है उस साइड जाएगा, जो भी प्लस है दूसरी साइड गया माइनस हो जाएगा। तो यह चीज़ सबनों मेनली पता होनी चाहिए। बट बच्चे की करते हैं +6 ਨੂੰ इक्वल टू दे पार ले जाने मतलब इदी जगह इत्थे लैके आ गई। अगर मैं +6 की इदा इक्वेशन करती +6 3x उस भी +6 ਨੂੰ -6 बना देंगे ने, मतलब कि इक्वल टू द पार गए बिना ही उन्होंने कर दिता। ਇਹੋ ਜਿਹੀ ਵੀ ਗਲਤੀਆਂ ਕਰਦੇ ਨੇ ਉਹ ਹੁਣ ਮੈਂ ਕੀ ਕਹਿੰਦੇ ਨੇ ਨਹੀਂ, ਮੈਂ ਤੁਹਾਨੂੰ ਇਸ ਉਹ ਚੀਜ਼ ਲਈ ਅਲੱਗ ਦੱਸ ਦਾਂਗਾ। ਅਜੇ ਲਈ ਸਾਨੂੰ ਇਹ ਮੇਨ ਸਟੈਪ ਹੈ, ਇਸ ਨੂੰ ਮੈਂ ਥੋੜਾ ਜਿਹਾ ਇੱਕ ਹੋਰ ਸਟੈਪ 'ਚ ਦੱਸ ਦਿੰਦਾ। ਮੈਂ 3x ਸੀਗਾ, ਇੱਧਰੋਂ 2y ਇੱਧਰ ਆਇਆ, ਪਲੱਸ ਦੀ ਜਗ੍ਹਾ ਆਇਆ ਤਾਂ -2y = +6 ਉੱਥੇ ਗਿਆ ਤਾਂ -6 ਤੇ -2 -6 -2 -8 ਬਣ ਗਿਆ। ਠੀਕ ਹੈ, ਇਹ ਸਾਡੀ ਇਕੁਏਸ਼ਨ ਬਣ ਗਈ 3x - 2y = -8। ਹੁਣ ਸੈਕਿੰਡ ਕੰਡੀਸ਼ਨ ਸੀ ਸੇਮ ਉਹੀ, ਕ੍ਰਾਸ ਮਲਟੀਪਲਾਈ ਕਰੋ, ਇਕੁਏਸ਼ਨ ਬਣਾ ਲਓ ਇਸ ਤਰ੍ਹਾਂ ਦੀ ਕਿ x y ਇੱਕ ਸਾਈਡ ਤੋਂ ਕੌਨਸਟੈਂਟ ਇੱਕ ਸਾਈਡ ਤੋਂ ਹੈ ਤਾਂ 3 ਉੱਥੇ ਮਲਟੀਪਲਾਈ ਹੋਏਗਾ 3x + 1 ਤੇ ਉਸੇ ਤਰ੍ਹਾਂ 1 ਮਲਟੀਪਲਾਈ ਹੋਏਗਾ y + 2 ਨਾਲ। 3 ਨਾਲ ਮਲਟੀਪਲਾਈ ਕਰਾਂਗੇ 3x + 3 y + 2। ਠੀਕ ਹੈ, y ਨੂੰ ਇੱਕ ਸਾਈਡ ਲਿਆਣਾ ਤਾਂ 3x, y ਇਸ ਸਾਈਡ ਆਏਗਾ -y +3 +2 ਸੀਗਾ, +3 दूसरी साइड गया -3 ਤਾਂ ਇੱਥੇ -3 + 2 यानी कि -1। ਇਹ ਇੱਕ ਇਕੁਏਸ਼ਨ ਬਣ ਗਈ, यानी कि ਇੱਕ ਤੇ ਇੱਕ ਇਹ ਹੁਣ ਦੋ ਇਕੁਏਸ਼ਨਾਂ ਨੇ। ਅਸੀਂ ਦੇਖਣਾ ਕੀ ਕਹਿੰਦੇ ਨੇ ਇਸ ਦੇ ਵਿੱਚ ਕੁਛ ਹੈ, ਮਤਲਬ ਕਿ ਜੋ ਸੇਮ ਹੀ ਹੋਵੇ, ਜਿਵੇਂ ਇਹ 3x ਹੈ ਇਹ ਵੀ 3x ਹੈ, ਦੋਨੋਂ ਸਿੱਧਾ ਕੈਂਸਲ ਹੋ ਰਹੇ ਨੇ, ਹੈ ਨਾ। ਆਪਾਂ ਨੂੰ ਮੇਨ ਇਕੁਏਸ਼ਨ ਦੇਖਣੀ ਹੁੰਦੀ ਹੈਗੀ। ਇਕੁਏਸ਼ਨ ਦੇਖ ਲਈ ਅਸੀਂ, ਇੱਥੇ ਵੀ 3x ਹੈ ਇੱਥੇ ਵੀ 3x ਹੈ, 3x ਹੈ, ਅਸੀਂ ਇਹਨਾਂ ਦੋਨਾਂ ਨੂੰ ਮਾਈਨਸ ਕਰਾ ਦਈਏ, x ਕੈਂਸਲ ਹੋ ਜਾਏਗਾ, ਇਕੱਲਾ y ਬਚ ਜਾਏਗਾ। ਤਾਂ ਅਸੀਂ ਉਹ ਸਟੈਪ ਕਰਨਾ ਹੈ। ਪਿਛਲੇ ਸਮ ਦੇ ਵਿੱਚ ਵੀ ਇਹੀ ਸੀਗਾ, ਅਗਰ ਅਸੀਂ ਪਿਛਲਾ ਸਮ ਵੀ ਦੇਖੀਏ ਸੇਮ ਚੀਜ਼ ਹੀ ਸੀਗੀ। ਉਸ 'ਚ 2x - y 3x - y -y ਦੋਨੋਂ 'ਚ ਸੇਮ ਸੀ। ਕੀ ਕੀਤਾ, ਮਾਈਨਸ ਕਰਵਾ ਦਿੱਤਾ ਸੀ ਦੋਨੋਂ ਇਕੁਏਸ਼ਨ ਨੂੰ, ਆਨਸਰ ਆਪਣਾ ਨਿਕਲ ਆਉਂਦਾ। ਸੇਮ ਇੱਧਰ ਵੀ ਇਹੀ ਕਰਾਂਗੇ, ਦੋਨੋਂ ਇਕੁਏਸ਼ਨ ਦੇ ਵਿੱਚ ਇਹ ਤੇ ਇਹ ਇਕੁਏਸ਼ਨ ਹੈ ਸਾਡੀ
-2y ਤੇ ਇੱਥੇ -y, ਇਹ ਦੋਨੋਂ ਸੇਮ ਨਹੀਂ ਹੈ, ਬਟ ਇੱਥੇ ਕੀ ਸੇਮ ਹੈ 3x ਤੇ 3x, ਇਹ ਦੋਨੋਂ ਸੇਮ ਨੇ, ਮਾਈਨਸ ਕਰਾ ਦਿਓ ਦੋਨੋਂ ਇਕੁਏਸ਼ਨ ਨੂੰ, 4 - 3 3x - y = -1 ਤੇ 3x - 2y = -8। ਇਕੁਏਸ਼ਨਾਂ ਲਿਖਤੀਆਂ ਦੋਨੋਂ, ਮਾਈਨਸ ਕਰਾਵਾਂਗੇ। ਮਾਈਨਸ ਕਰਾਉਣ ਲਈ ਕੀ ਚੀਜ਼ ਹੁੰਦੀ ਸੀਗੀ ਕਿ ਸਾਈਨ ਚੇਂਜ ਹੋਣਾ, ਇੱਥੇ ਕੁਛ ਨਹੀਂ ਹੈ ਤਾਂ ਮਾਈਨਸ, ਇੱਥੇ ਮਾਈਨਸ ਹੈ ਤਾਂ ਪਲੱਸ, ਇੱਥੇ ਮਾਈਨਸ ਹੈ ਤਾਂ ਪਲੱਸ। 3x - 3x 0x, यानी कि इस लिखने की लोड़ ही नहीं है। -y + 2y, यानी कि अगर सिंपल कह 2y - y उल्टा कर लो, -y + 2y की जगह 2y - y, तो सेम यहाँ से +y आ जाएगा। तो -1 + 8, ठीक है, -1 8 है वै, तो असं उल्टा लिखना 8 - 1, या तो इदा सिंपल लिखो -1 + 8 है ना। इस यही चीज़ लिखी है, इसमें इस तरह भी लिख सकते हो 8 - 1, तो 8 - 1 कितना होता 7, y = 7 आ गया, y = 7 आ गया। यही वैल्यू हुन ऊपर कोई भी क्वेश्चन च पुट कर लो, मैं हुन किसी की हैगी है, मैं 4 च पुट कर दी क्योंकि इसी बेस दी है। 3x - y = -1 पुट कर दो, 3x - y, y सीगा y की जगह मैं की 7 पुट करता = -1, -7 सी दूसरी साइड गया, +7 बन जाएगा, 7 - 1 6, 3x = 6, 3 इतने डिवाइड 6/3, 6/3 कितना होता 2, तो इस दी वैल्यू आ गई, x की वैल्यू 2। वेरीफिकेशन दोनों कंडीशनल लिख ली हैं, x + 2 अपॉन y - 1 2/3, x + 1 y/2 1/3, x की वैल्यू y की वैल्यू पुट करनी है। x की है 2 आया साडा, y की 7 आया, 2 + 2 कितना होता 4, 7 - 1 6, 4/6 = 2/3 कह रहा है। अगर असं इसकी कटिंग करके देखिए, कटिंग सानू पता हो जाएगी, 2 के टेबल से 2 × 2 = 4, 2 × 3 = 6, 2/3 2/3 सही आ रहा है आंसर। सेम इसी तरह इतने भी x + 1 y + 2 = 1/3 है, x की जगह 2 कितना, y की जगह 7, 2 + 1 3, 7 + 2 9, 3/9, देखिए 3 के टेबल से जा रहे, 3 1 3, 3 3 9, 1/3 इक्वल आ गया अभी। तो वेरीफिकेशन इस तरह असी ईजिली कर ली, तो यह सम साडा डन हो जाता है। सेम इसी तरह के अगे भी सम है। हुण असी थर्ड क्वेश्चन देखते हैं, थर्ड क्वेश्चन है, हुण इस क्वेश्चन को देखते हैं, दैन देयर रेशो, तो असी यह दोनों का रेशो करिए, मतलब कि अपॉन च रखिए p + 2 तो q + 2 अपॉन च रखा, तद आंसर की बनता 1/2, यानी कि है फर्स्ट कंडीशन देती। हाउएवर इफ 4 इज सबट्रैक्टेड फ्रॉम ईच ऑफ द गिवन नंबर्स द रेशो बिकम्स 5/11। उन्होंने क्या कि अगर 4 सबट्रैक्ट कर दिया दोनों तो, यानी कि p - 4 तो q - 4 कर दिए अगर, तो रेशो जो है 5/11 बनेगी। तो नंबर्स फाइंड करने ने सी, ए सानू कंडीशन दसी हुई, सॉरी ए सानू कंडीशन दसी हुई है। हुण इस कंडीशन को पता किस तरह करना है, ए दोनों सानू है फर्स्ट तो सैकेंड कंडीशन पता है, इसनों असी हुण सॉल्व करके लिखना है कि किस तरह लिखांगे। ठीक है, तो थर्ड क्वेश्चन ए रहा साडा कि फर्स्ट नंबर x मान लिया, सैकेंड नंबर y, फर्स्ट कंडीशन सी कि दोनों जो प्लस करांगे 2 तो 1/2 बन जाएगी रेशो, तो दूसरी कंडीशन सी माइनस करांगे 4 तो 5/11 बन जाएगी। ठीक है, फिर सॉल्व करांगे की करांगे, क्रॉस मल्टीप्लाई, 2 इधर चल गया, 2x + 2, y + 2 1 आ गया, y + 2 मल्टीप्लाई करांगे 2x + 4, y + 2 उदा ही 2x। हुण आपां नूं इन्हां दी इक्वेशन दे विच करना की हुंदा है, x y इकट्ठे कर लो, पहला y सीगा इधर ले आए 2x - y = -2। सेम इत्थे देखिया इस दे विच की हो रहा 11 उधर पे तो 5 नूं उधर, 11x - 4 5y - 4 मल्टीप्लाई करांगे 11x - 11 4 44, 5y - 5 4 20 तो -20। ਇਹ चीज़ बन गई है। हुण इसनों अरेंज करांगे, 5y इधर 44 उधर, तो 11x - 5y = 24। ठीक है, यह दो इक्वेशन बनिया साढ़े तो। हुण यह इक्वेशन देखो कुछ कॉमन लग रहा है, कुछ भी चीज़ कॉमन नहीं है। x इत्थे 2 है, इत्थे x 11 है, इत्थे y -1 है, मतलब कि कुछ नहीं लिखा, माइनस लिखा तो सीधा y आ रही, यानी -1 है y, तो इत्थे y -5 है, कुछ भी नहीं पता चल रहा। तो असी की करांगे इस इक्वेशन नूं, थर्ड इक्वेशन नूं आपां नूं की कहंदे ने, कोई भी चीज़ जिवें x है, या तो इन्हां दोनों x दे नाल वाली वैल्यू नूं सेम करना हुंदा, या दो y दे नाल वाली वैल्यू नूं सेम करना हुंदा। हुण x 2 है तो इत्थे 11 है, 2 नूं जिहदे नाल मर्जी मल्टीप्लाई कर दो, 11 कदी नहीं बनेगा। 11 नूं भी जिस मर्जी नाल मल्टीप्लाई कर दो, 2 कदी नहीं बन सकता। -5 है, -5 नूं किसी मर्जी नाल कर दो, -1 नहीं बनेगा, बट -1 नूं 5 नाल मल्टीप्लाई कर दिए तो -5 बन जाएगा। तो असी ए देख सकते हैं कि इस इक्वेशन को अगर असी 5 नाल मल्टीप्लाई कर दिए तो -5 बन जाएगा, यह भी -5 कट हो जाएंगे। फिर तो असी ये थर्ड इक्वेशन को 5 नाल मल्टीप्लाई करते हैं।
ਤਾਂ ਮਲਟੀਪਲਾਈਂਗ 5/3 5 ਕਰਾਂਗੇ ਤਾਂ ਦੋਨੋਂ ਸਾਈਡਸ 5 ਹੋਏਗਾ 5 ਤੇ ਹੈ 5 ਮਾਈਨਸ 2 5 ਨਾਲ ਜਦੋਂ ਕਿਤੇ 5 2 10 10x 5 ਮਲਟੀਪਲਾਈ ਬਾय y ਤਾਂ 5y ਤੇ ਮਾਈਨਸ ਇਹ ਤਾਂ ਮਾਈਨਸ ਇਜ਼ ਇਕੁਅਲ ਟੂ 5 2 10 ਤਾਂ ਮਾਈਨਸ 10 ਠੀਕ ਹੈ। ਇਹ ਚੀਜ਼ ਆ ਗਈ ਹੈ, ਇਹੀ ਇਕੁਏਸ਼ਨ ਸੀਗੀ। ਫਿਰ ਆਪਾਂ ਜਿਹੜੀ ਪਹਿਲਾਂ ਇਕੁਏਸ਼ਨ ਕੱਢੀ ਸੀਗੀ ਉਹ ਕਿਹੜੀ ਸੀਗੀ ਦੇਖਿਆ ਜਾਵੇ ਤਾਂ ਇੱਕ ਹੈ ਇਕੁਏਸ਼ਨ ਸੀ, ਇੱਕ ਹੈ ਸੀਗੀ ਹੈ ਨਾ। ਐਨ ਨੂੰ ਤਾਂ ਅੱਗੇ ਅਸੀਂ ਕਰ ਲਿਆ 5 ਨਾਲ ਮਲਟੀਪਲਾਈ ਕਰਕੇ, ਇੱਕ ਹੈਗੀ ਹੈ ਤਾਂ ਦੋਨਾਂ ਨੂੰ ਅਸੀਂ ਮਾਈਨਸ ਕਰ ਦੇਣਾ। ਤਾਂ ਇੱਕ ਹੈ 10x ਵਾਲੀ ਤੇ ਇੱਕ ਜਿਹੜੀ 11x ਵਾਲੀ ਦੂਸਰੀ ਇਕੁਏਸ਼ਨ ਸੀ, ਦੋਨਾਂ ਨੂੰ ਮਾਈਨਸ ਕਰਾਂਗੇ ਤਾਂ 10x ਮਾਈਨਸ 5y ਮਾਈਨਸ 10 11x ਜੋ ਹੈ फोर्थ इक्वेशन ਅਸੀਂ ਇੱਥੇ ਲਿਖੀ ਹੋਈ ਹੈ। ਇਹ ਵਾਲੀ ਇਕੁਏਸ਼ਨ 11x ਮਾਈਨਸ 5y ਇਜ਼ ਇਕੁਅਲ ਟੂ 24 ਇਹ ਵਾਲੀ ਇਕੁਏਸ਼ਨ ਨੂੰ ਇੱਥੇ ਲਿਖ ਦਿੱਤਾ। ਹੁਣ ਦੋਨਾਂ ਨੂੰ ਕਰਨਾ ਅਸੀਂ ਮਾਈਨਸ ਮਾਈਨਸ ਕਰਾਂਗੇ ਤਾਂ ਕਿਸ ਤਰ੍ਹਾਂ ਹੋਏਗਾ ਸਾਈਨ ਚੇਂਜ, ਇੱਥੇ ਪਲੱਸ ਤਾਂ ਮਾਈਨਸ ਬਣ ਗਿਆ, ਮਾਈਨਸ ਹੈ ਤਾਂ ਪਲੱਸ, प्लस है तो माइनस ठीक है। तो 10 माइनस 11 कितना होएगा -1 -5 प्लस 5 -5 प्लस y 0 -10 -24 तो -34। तो अगर ਅਸੀਂ ਉਸ ਨੂੰ ਦੇਖੀਏ 0y तो 0 ही बन गया। तो -x इज इक्वल टू -34 माइनस माइनस कैंसिल कर दो x इज इक्वल टू 34 आ जाएगा। माइनस माइनस कैंसिल कदों करने ने जो इक्वल टू होवे ते इस साइड भी सिर्फ इक्को टर्म होवे तो ਉਹਦੇ ਕੋਲ माइनस, इस साइड भी इक्को टर्म होवे तो माइनस, तद माइनस माइनस कैंसिल कर दो, उसके अलावा कभी माइनस माइनस कैंसिल नहीं कर देने ठीक है। ਹੁਣ x इज इक्वल टू 34 आ गया, ਇਸ ਨੂੰ ਪੁੱਟ ਕਰ ਦਿਓ ਜਿਹੜੀ ਮਰਜ਼ੀ ਵੈਲਿਊ ਦੇ ਵਿੱਚ, ਇਸ 'ਚ ਚਾਹੇ ਪੁੱਟ ਕਰ ਦਿਓ ਤੁਸੀਂ, ਇਸ 'ਚ ਕਰ ਦਿਓ, ਇਸ 'ਚ ਕਰੋ ਜਿਸ 'ਚ ਮਰਜ਼ੀ। ਇਹ ਸੌਖੀ ਲੱਗ ਰਹੀ ਹੈ 2x ਮਾਈਨਸ y ਇਜ਼ ਇਕੁਅਲ ਟੂ -2, ਇਸ 'ਚ ਪੁੱਟ ਕਰ ਦਿੱਤੀ ਮੈਂ 2x ਮਾਈਨਸ y इज इक्वल टू -2, x की वैल्यू 34 है, 34 2 68 माइनस y इज इक्वल टू -2 y ਨੂੰ ਦੂਸਰੀ ਸਾਈਡ ਆ ਜਾਓ -2 ਨੂੰ ਇੱਧਰ ਲੈ ਜਾਓ ਤਾਂ 68 + 2 इज इक्वल टू y ਦੀ ਵੈਲਿਊ ਆ ਗਈ 70। x y ਦੋਨੋਂ ਨਿਕਲ ਗਏ ਨੇ, ਆਨਸਰ ਸਾਡਾ ਆ ਚੁੱਕਿਆ ਹੈਗਾ ਵੈ। ਵੈਰੀਫਾਈ ਕਰ ਲੈਂਦੇ ਆ, ਦੋਨੋਂ ਕੰਡੀਸ਼ਨ ਲਿਖਿਆ ਫਸਟ ਸੈਕਿੰਡ ਤੇ x ਤੇ y ਦੀ ਵੈਲਿਊ ਪੁੱਟ ਕੀਤੀ, x 34 ਤੇ y 70। 34 + 2 ਕਿੰਨਾ ਹੁੰਦਾ ਹੈਗਾ ਵੈ 36 ਤੇ 70 + 2 72। ਹੁਣ ਅਗਰ ਅਸੀਂ ਦੇਖੀਏ ਤਾਂ 36 ਦਾ ਟੇਬਲ ਅਸੀਂ ਲਿਖਿਆ ਨਾ 36 2 ਦਾ ਹੁੰਦਾ 7 6 2 12 3 2 6 7 ਤਾਂ 72 ਹੀ ਹੁੰਦਾ। तो 1/2 है कटिंग हो जाएगी जो कि सही है आंसर अपना। देन x -4 y -4 इज इक्वल टू 5/11 सेम 34 -4 70 -4 34 च 4 गए ठीक है, 34 च 4 गए कितना होगा 30 या 30 70 च 4 गए 66। ਹੁਣ अगर ਅਸੀਂ ਇਸ ਦੀ ਕਟਿੰਗ ਕਰਕੇ ਦੇਖੀਏ ਇਹ ਦੋਨੋਂ 3 ਦੇ ਟੇਬਲ ਤੇ ਜਾ ਰਹੇ ਨੇ, 3 ਤੋਂ ਬਾਅਦ ਕਿਸ ਟੇਬਲ ਤੇ ਜਾਣਗੇ ਉਹ ਅਗਰ ਦੇਖੀਏ 6 ਤੇ ਜਾ ਰਹੇ ਨੇ ਠੀਕ ਹੈ। 6 ਤੇ ਅਗਰ ਮੈਂ ਦੇਖਾਂ 6 एनू कट होएगा 6 1 6 6 1 6 11 आ जाएगा तो 6 5 30 तो 5/11 डायरैक्टली आ जाता है वै। तो यह क्वेश्चन साडा इस तरह कंप्लीट हो सकता है वै ईजीली। हुण नैक्सट क्वेश्चन देखिए सेम इसी तरह का ही है वै वो भी। हुण फोर्थ क्वेश्चन क्या है कि रहा सानू फोर्थ क्वेश्चन नू अगर असीं देखिए फोर्थ क्वेश्चन है ए रहा इफ द न्यूमरेटर ऑफ अ फ्रैक्शन इज मल्टीप्लाई बाय 3। न्यूमरेटर ते डिनोमिनेटर की गल हो रही है। न्यूमरेटर अगर किसी फ्रैक्शन का उसनू 3 नाल मल्टीप्लाई कर दिए एंड इट्स डिनोमिनेटर इज इनक्रीज्ड बाय 5 ठीक है। इसनू समझने की कोशिश करो पहला तो सॉरी न्यूमरेटर x मान लिया, डिनोमिनेटर y कर लिया। न्यूमरेटर ऑफ अ फ्रैक्शन इज मल्टीप्लाई बाय 3, न्यूमरेटर नू मल्टीप्लाई करना है 3 नाल, मतलब कि x मल्टीप्लाई बाय 3 लिख दो, x मल्टीप्लाई बाय 3 3x हो जाएगा एंड इट्स डिनोमिनेटर इज इनक्रीज बाय 5, डिनोमिनेटर नू 5 नाल इनक्रीज कर दो then it becomes 1 तद आंसर 1 बन जाता है, यानी कि इनू इक्वल करके 1 आ जाना है। बट इफ डिनोमिनेटर इज मल्टीप्लाई बाय 2 बट डिनोमिनेटर नू दूसरी इक्वेशन होने आ गई है कि डिनोमिनेटर नू 2 ना मल्टीप्लाई कर दिए एंड द न्यूमरेटर इज इनक्रीज बाय 3 तो न्यूमरेटर नू इनक्रीज करता 3 नाल तद 1/2 बन जाएगा। तो फ्रैक्शन फाइंड करके दिखाओ, दोनों कंडीशन ने इस चीज़ नू अगर तुम समझ जाओ ना, जो जो चीज़ लिखी हुई है इतने जो चीज़ लिखी हुई है वो समझ गए फिर क्वेश्चन करना बहुत ही ईजी है। तो मेरा वीडियो यही मेन कंसर्न है कि तुम इस चीज़ को समझ पाओ लिखा की है। कंडीशनस दोनों बन गया तुहाडे सामने, कुछ नहीं किया, जो जो लिखा वही तुहानू दस्सिया हैगा वै। हुण अगर असीं यह देखिए सेम कंडीशनस मैं इत्थे लिखी है x मल्टीप्लाई बाय 3 y + 5 x + 3 y मल्टीप्लाई बाय 2 तो इक्वल टू 1 इक्वल टू 1/2 ठीक है। कितना की क्रॉस मल्टीप्लाई करांगे x मल्टीप्लाई 3 इत्थे जो 1 लिखा होवे ना इक्वल टू दूसरी साइड इसदा मतलब होंदा 1/1 तो 1 नाल ही मल्टीप्लाई होएगा तो 3x y + 5 1 ਨਾਲ ਮਲਟੀਪਲਾਈ ਹੋਗਾ y + 5 ठीक है। ਹੁਣ ਇਧਰੋਂ ਅਸੀਂ ਕੀ ਕਰਨਾ ਹੈ ਸੇਮ ਜਿੱਦਾਂ ਪਹਿਲਾਂ ਕਰਦੇ ਹਾਂ ਉਹੀ ਚੀਜ਼ ਦੁਬਾਰਾ ਕਰ ਲਾਂਗੇ, x y ਨੂੰ ਇਕੱਠੇ ਕਰ ਲਓ 3x - y = 5 ਆ ਗਿਆ ਇੱਕ ਇਕੁਏਸ਼ਨ। ਉੱਦਾਂ ਹੀ ਸੇਮ x + 3 y × 2 ਹਾਫ ਸੀਗਾ क्रॉस मल्टीप्लाई 2x + 3
तो y+2 y इंटू 2 सॉरी y इंटू 2 कितना हो जाएगा 2y 2 ਨੂੰ ਇੱਧਰ ਮਲਟੀਪਲਾਈ ਕਰੋ 2x + 3 2x ਤੇ 2 ਨੂੰ 3 ਨਾਲ ਕੀਤਾ 2 3 ਦਾ 6 ਤਾਂ 6 ਠੀਕ ਹੈ 2y ਨੂੰ ਇੱਧਰ ਭੇਜੋ 6 ਨੂੰ ਉੱਧਰ ਭੇਜੋ ਤਾਂ 2x - 2y = 6 ਇਹ ਆ ਜਾਏਗਾ। ਹੁਣ ਅਗਰ ਅਸੀਂ ਦੇਖੀਏ ਇਹ ਵਾਲਾ ਕੁਐਸਚਨ ਇਹ ਬਹੁਤ ਆਸਾਨੀ ਨਾਲ ਕੀ ਕਹਿੰਦੇ ਨੇ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਹੈਗਾ ਵਾ ਦੇਖਿਆ ਜਾਵੇ ਤਾਂ ਕਿਸ ਤਰ੍ਹਾਂ ਅਗਰ ਅਸੀਂ ਦੇਖੀਏ ਦੋਨਾਂ ਤੋਂ ਸੇਮ ਕੋਈ ਨਹੀਂ ਹੈ ਬਟ -y ਹੈ ਨਾ -y ਨਾਲ ਕੋਈ ਨੰਬਰ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਤਾਂ ਅਸੀਂ ਕਿਸ ਤਰ੍ਹਾਂ ਕਰ ਸਕਦੇ ਸੀ ਇਸ ਨੂੰ 3x -y ਨੂੰ ਉੱਧਰ ਭੇਜ ਦਿਓ ਤੇ 5 ਨੂੰ ਇੱਧਰ ਭੇਜ ਦਿਓ ਤਾਂ -5 = y ਇਹ y ਦੀ ਵੈਲਿਊ ਆ ਗਈ ਹੈ y ਦੀ ਵੈਲਿਊ ਇਸ 'ਚ ਪੁੱਟ ਕਰ ਦਿਓ ਡਾਇਰੈਕਟਲੀ ਆਨਸਰ ਨਿਕਲ ਜਾਣਾ ਸੀਗਾ ਠੀਕ ਹੈ। ਇੱਕ ਵੇ ਇਹ ਹੈਗਾ ਵਾ ਕੁਛ ਮਤਲਬ ਕਿ ਕੁਛ ਵੀ ਵੇ ਯੂਜ਼ ਕਰ ਸਕਦੇ ਹੋ ਜਿਹੜੇ ਮੈਂ ਤੁਹਾਨੂੰ ਵੇ ਦੱਸ ਦਿੱਤੇ ਨੇ ਲੇਕਿਨ ਆਨਸਰ ਸਹੀ ਆਣਾ ਚਾਹੀਦਾ। ਹੁਣ ਇੱਕ ਵੇ ਹੈ ਵਾ ਅਗਰ ਇਸ ਨਾਲ ਕਰੀਏ y ਦੀ ਵੈਲਿਊ ਆ ਪੁੱਟ ਕਰਕੇ ਦੇਖੀਏ ਤਾਂ ਸਿੱਧਾ ਆਨਸਰ ਆ ਜਾਏਗਾ 2x - 2 ਇਹ y ਦੀ ਵੈਲਿਊ ਸੀ 3x - 5 = -6 ਇਹ ਹੈਗਾ ਵਾ ਸੋਲਵ ਕਰਕੇ ਦੇਖ ਲਓ 2x 3 2 6x -2 ਨੂੰ -5 ਨਾਲ ਮਲਟੀਪਲਾਈ ਕਰਾਂਗੇ ਤਾਂ +10 = -6 6 ਚੋਂ 2 ਗਏ -4 +10 -6 -4x इक्वल हो जाएगा 10 होते जाएगा तब -10 -6 तब -16 या -4x है तो x की वैल्यू हो जाएगी -16/-4 माइनस प्लस तो x की वैल्यू आ जाएगी 4 डायरैक्ट एन चीज़ सॉल्व करता x की वैल्यू कढ़ती y की वैल्यू की कहते हैं किसी तो भी कढ़ सकते सी असी इस चो कढ़ लो पुट करके या किस चो भी इतों ही कढ़ सकते हो जितना मर्जी x की वैल्यू असी कढ़ ले y कढ़ सकते थे ਸਿੰਪਲ ਸੀਗਾ। ਹੁਣ ਮੈਂ ਲੇਕਿਨ ਉਸ ਤਰੀਕੇ ਨਾਲ ਕਿ ਨਹੀਂ ਕੀਤਾ ਕਿਉਂਕਿ ਉਸ ਸਮੇਂ ਮੇਰੇ ਦਿਮਾਗ 'ਚ ਇਹ ਚੀਜ਼ ਆਈ ਹੀ ਨਹੀਂ। ਮੇਰੇ ਦਿਮਾਗ 'ਚ ਕੀ ਆਇਆ ਮੈਂ ਕਿਹਾ ਇੱਥੇ 3x ਹੈ ਇੱਥੇ y ਹੈ ਇੱਥੇ 2x ਹੈ 2y ਹੈ ਮੈਂ ਕੀ ਕਰਦਾ ਵਾਂ ਇਸ ਇਕੁਏਸ਼ਨ ਨੂੰ ਇੱਥੇ y ਹੈ ਇਹਨੂੰ 2 ਬਣਾ ਦਿੰਦਾ ਵਾਂ ਹੈ ਨਾ ਕਿਉਂਕਿ ਅਗਰ ਦੇਖਿਆ ਜਾਵੇ 3 ਨੂੰ ਕਿਸ ਨਾਲ ਮਲਟੀਪਲਾਈ ਕਰੀਏ 2 ਬਣੇ ਨਹੀਂ ਬਣ ਸਕਦਾ 2 ਨੂੰ ਕਿਸ ਨਾਲ ਮਲਟੀਪਲਾਈ ਕਰੀਏ 3 ਬਣੇ ਨਹੀਂ ਬਣ ਸਕਦਾ -2 ਨੂੰ ਕਿਸ ਨਾਲ ਮਲਟੀਪਲਾਈ ਕਰੀਏ ਕਿ -1 ਬਣ ਜੇ ਨਹੀਂ ਹੋ ਸਕਦਾ -1 ਨੂੰ ਕਿਸ ਨਾਲ ਮਲਟੀਪਲਾਈ ਕਰੀਏ -2 ਬਣ ਜੇ 1 ਕੀ ਕਹਿੰਦੇ ਨੇ 2 ਨਾਲ -1 ਨੂੰ 2 ਨਾਲ ਮਲਟੀਪਲਾਈ ਕਰੀਏ -2 ਬਣ ਜੇ ਤਾਂ ਮਲਟੀਪਲਾਈ 2 ਕਰ ਦਿੰਦੇ ਇਸ ਇਕੁਏਸ਼ਨ ਨਾਲ ਤਾਂ 3x - y ਨਾਲ 2 ਮਲਟੀਪਲਾਈ तो उसी तरह 5 ਨਾਲ ਵੀ 2 ਮਲਟੀਪਲਾਈ 5 2 10 ਤੇ ਇਹਨੂੰ ਮਲਟੀਪਲਾਈ ਕਰਾਂਗੇ 6x - 2y = 10 ਹੁਣ ਇਹ ਦੋ ਇਕੁਏਸ਼ਨ ਆ ਗਈਆਂ ਹੁਣ ਸਾਨੂੰ ਪਤਾ ਹੈ ਇੱਥੇ 2y - 2y ਹੈ ਇੱਥੇ ਵੀ -2y ਹੈ ਸੇਮ ਹੈ ਤਾਂ ਮਾਈਨਸ ਕਰ ਦਿਓ ਦੋਨਾਂ ਨੂੰ 4 - 5 ਵੀ ਲਿਖ ਸਕਦੇ ਮੈਂ 5 - 4 ਤਾਂ ਲਿਖਿਆ क्योंकि यह 10 पॉजिटिव च सी तो नेगेटिव च सी यानी कि यह वड्डा तो इसमें मैं ऊपर रख लिया 6x - 2y = 10 2x - 2y = -6 माइनस करांगे साइन चेंज हो जाएगा प्लस द माइनस द प्लस तो 6 - 2 4x -2 + 2 0 10 + 6 16 4x = 16 सेम वही चीज़ आ गई जो मैं इतने सॉल्व की थी वैल्यू पुट करने वैल्यू पुट करने शायद ज़्यादा मिस्टेक हो जाए मल्टीप्लाई करने घट हुई है वो सेम ही आंसर सेम ही आना 4x = 16 4 ਉੱਥੇ 16 ਦੀ 16/4 ਤਾਂ x ਵੈਲਿਊ ਆ ਗਈ 4 ਸੇਮ ਹੁਣ ਸੈਕਿੰਡ ਚੀਜ਼ ਕਰਨੀ ਹੈ ਸੈਕਿੰਡ ਚੀਜ਼ ਕਿਸ ਤਰ੍ਹਾਂ ਕਿਸੇ ਵੀ ਵੈਲਿਊ 'ਚ ਪੁੱਟ ਕਰ ਦੋ 2x - 2y = -6 ਸੀ ਇਸ 'ਚ x ਦੀ ਵੈਲਿਊ ਪੁੱਟ ਕਰਤੀ 4 4 2 8 -2y = -6 -2y ਨੂੰ ਉੱਧਰ ਭੇਜ ਦਿਓ ਤੇ -6 ਨੂੰ ਇੱਧਰ ਭੇਜ ਦਿਓ ਤਾਂ 8 + 6 14 -2y ਨੂੰ ਉੱਧਰ ਭੇਜਿਆ +2y ਤਾਂ 8 6 14 ਤੇ 2 ਡਿਵਾਈਡ ਹੋ ਜਾਏਗਾ ਤਾਂ 7 y ਦੀ ਵੈਲਿਊ ਆ ਗਈ 7 ਵੈਰੀਫਿਕੇਸ਼ਨ ਦੇਖ ਲੈਂਦੇ ਆ ਦੋਨੋਂ ਕੰਡੀਸ਼ਨਸ ਇੱਥੇ ਮੈਂ ਦੱਸੀਆਂ ਹੋਈਆਂ x × 3 y + 5 = 1 x ਦੀ ਵੈਲਿਊ ਆਈ ਹੈ ਸਾਡੀ 4 ਤੇ y ਦੀ ਵੈਲਿਊ ਆਈ ਹੈ 7 ਤਾਂ 4 ਤੇ 7 ਪੁੱਟ ਕੀਤਾ 4 3 = 12 7 + 5 12 12 12 ਦੋਨੋਂ ਇਕੱਠ ਹੋ ਜਾਣਗੇ ਤਾਂ 1 ਹੀ ਆ ਜਾਏਗਾ ਯਾਨੀ ਕਿ ਕੰਡੀਸ਼ਨ ਸੈਟੀਸਫਾਈ ਕਰ ਰਹੀ ਹੈ ਸੇਮ x + 3 y × 2 = ਹਾਫ ਹੈਗਾ ਵਾ x ਦੀ ਵੈਲਿਊ 4 y ਦੀ ਵੈਲਿਊ 7 4 + 3 7 7 2 14 7 ਤੇ 14 1/2 7 1 7 7 2 14 ਤਾਂ 1/2 1/2 ਹੋ ਗਿਆ ਇਕੁਅਲ ਆ ਗਿਆ ਮਤਲਬ ਇਹ ਵੀ ਚੀਜ਼ ਸਾਡੀ ਵੈਰੀਫਾਈ ਹੋ ਰਹੀ ਹੈ ਕਿ ਆਨਸਰ ਸਾਡੇ ਕਰੈਕਟ ਸੀ ਦੋਨੋਂ ਕੰਡੀਸ਼ਨ ਸੈਟੀਸਫਾਈ ਹੋ ਗਈਆਂ ਹੁਣ ਲਾਸਟ ਕੁਐਸਚਨ ਇਸ ਟਾਈਪ ਦਾ ਨਿਊਮਰੇਟਰ ਡਿਨੋਮੀਨੇਟਰ ਟਾਈਪ ਦਾ ਫਿਰ ਉਸ ਤੋਂ ਬਾਅਦ ਨੈਕਸਟ ਟਾਈਪ ਦੇ ਕੁਐਸਚਨਸ ਆ ਜਾਣੇ ਆ ਜੋ ਕਿ ਹੈ ਫੋਰਥ ਟਾਈਪ ਦੇ ਦੇਖ ਲਓ ਐਵਲੇ ਵੀ ਕੀ ਕਹਿੰਦੇ ਨੇ ਐਵਲੇ ਟਾਈਪ ਦੇ ਤੁਹਾਨੂੰ ਕੁਐਸਚਨ ਜਿੱਦਾਂ ਹੀ ਦਿਖ ਜੇ ਇੱਕੋ ਹੀ ਸਟੈਪ ਕਰਨਾ ਉਸ ਦੇ ਇਲਾਵਾ ਕਰਨਾ ਹੀ ਨਹੀਂ ਕੋਈ ਇੱਕੋ ਸਟੈਪ ਹੈ ਹਰ ਜਗ੍ਹਾ ਉਹੀ ਹੈਗਾ ਵੈ ਤੁਹਾਨੂੰ ਦਿਖਾਊਂਗਾ ਹਜੇ ਤੁਸੀਂ ਆਪ ਦੇਖ ਕੇ ਕਹੋਗੇ ਕਿ ਬਹੁਤ ਹੀ ਈਜ਼ੀ ਹੈ ਠੀਕ ਹੈ ਤੇ ਪਹਿਲਾਂ ਅਸੀਂ 5th ਕੁਐਸਚਨ ਕਰਦੇ ਹਾਂ 5th ਕੁਐਸਚਨ ਦਾ ਪਹਿਲਾਂ ਕੁਐਸਚਨ ਪੜ੍ਹ ਲਈਏ 5th ਤੋਂ ਬਾਅਦ ਇੱਥੇ ਮੈਂ 6th ਜ਼ਰੂਰ ਲਿਖਿਆ ਹੈ ਲੇਕਿਨ 6th ਜਾਂ 3rd ਦੋਨੋਂ ਸੇਮ ਹੀ ਸੀਗੇ ਤਾਂ ਕਰਕੇ ਉਹ ਵਾਲਾ ਮੈਂ ਕੱਟ ਦਿੱਤਾ ਦੁਬਾਰਾ ਲਿਖਵਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਸੇਮ ਕੁਐਸਚਨ ਹੈ ਵੈਲਿਊਜ਼ ਤੱਕ ਸੇਮ ਹੈ ਠੀਕ ਹੈ ਹੁਣ ਇੱਥੇ ਲਿਖਿਆ ਨਿਊਮਰੇਟਰ ਐਂਡ ਡਿਨੋਮੀਨੇਟਰ ਆਫ ਅ ਫ੍ਰੈਕਸ਼ਨ are increased by 2 and 1 respectively
ਹੁਣ ਰਿਸਪੈਕਟ ਇੱਥੇ ਇਹਨਾਂ ਨੇ ਨਿਊਮਰੇਟਰ ਤੇ ਡਿਨੋਮੀਨੇਟਰ ਕਿਆ ਇਨਕਰੀਜ਼ ਹੋ ਰਹੇ ਨੇ 2 ਐਂਡ 1 ਰਿਸਪੈਕਟਿਵਲੀ ਦਾ ਮਤਲਬ ਕੀ ਹੈਗਾ ਵੈ ਕਈ ਬੱਚਿਆਂ ਨੂੰ ਇਹ ਚੀਜ਼ ਸਮਝ ਨਹੀਂ ਲੱਗਦੀ ਉਹਨਾਂ ਨੂੰ ਕਨਫਿਊਜ਼ ਹੋ ਜਾਂਦੇ ਨੇ ਕਿ ਇੱਥੇ ਨਿਊਮਰੇਟਰ ਦੀ ਗੱਲ ਕਹੀ ਹੈ ਡਿਨੋਮੀਨੇਟਰ ਦੀ ਗੱਲ ਕਹੀ ਹੈ ਦੋਨੋਂ ਇਨਕਰੀਜ਼ ਹੋ ਰਹੇ ਨੇ ਪਰ 2 ਨਾਲ ਕੌਣ ਇਨਕਰੀਜ਼ ਹੋ ਰਿਹਾ 1 ਨਾਲ ਕੌਣ ਇਨਕਰੀਜ਼ ਹੋ ਰਿਹਾ ਹੁਣ ਜਦੋਂ ਇਹਨਾਂ ਨੇ ਚੀਜ਼ ਲਿਖਤੀ ਨਾ ਰਿਸਪੈਕਟਿਵਲੀ ਦਾ ਮਤਲਬ ਹੈ ਨਿਊਮਰੇਟਰ ਪਹਿਲਾਂ ਲਿਖਿਆ ਸੀਗਾ ਉਹਨਾਂ ਨੇ ਤਾਂ ਜੋ ਨੰਬਰ ਪਹਿਲਾਂ ਲਿਖਿਆ ਉਹਦੇ ਰਿਲੇਟਡ ਹੈ यानी कि न्यूमरेटर जो इंक्रीज हो रहा है वो 2 नाल इंक्रीज हो रहा तो दूसरे नंबर ते डिनोमिनेटर की गल तो दूसरे नंबर ते जो नंबर है वो डिनोमिनेटर नाल रिलेटेड है यानी कि न्यूमरेटर 2 नाल इंक्रीज है डिनोमिनेटर 1 नाल इंक्रीज है तद की कहते हैं इट बिकम्स 3/4 तद 3/4 आंसर आता है यानी कि अगर असी कहीए एक्स ते वाई अगर ने एक्स +2 ते वाई +1 यदी वैल्यू आ रही हैगी है 3/4 इफ द न्यूमरेटर एंड डिनोमिनेटर आर डिक्रीज्ड बाय 2 एंड 1 ਹੁਣ दूसरी कंडीशन देती कि डिक्रीज हो रहे हैं एक 2 नाल डिक्रीज हो रहा एक 1 नाल डिक्रीज हो रहा तद आंसर आता हैगा वै 1/2 ठीक है ਹੁਣ ਇਹਦੀ ਫ੍ਰੈਕਸ਼ਨ ਅਸੀਂ ਫਾइंड करके दसनी हैगी यही चीज़ ਅਸੀਂ करनी है ਹੁਣ देखो किस तरह करते हैगे ਆ कंडीशनां दोनों ਤੁਹਾਡੇ सामने ਇੱਥੇ बना ਦਿੱਤੀਆਂ मैं कंडीशन बनाना ਤੁਹਾਨੂੰ आना चाहिए बाकी सब अपने आप हो जाता हैगा वै ਤਾਂ मैं ਹੁਣ ਇੱਥੇ दिखा ਦਿੰਦਾ मैं क्वेश्चन भी पूरी तरीके नाल ते 4 ते 5th एरर न्यूमरेटर x सेलेक्ट किया डिनोमिनेटर y दो कंडीशनां बनाई हैं x +2 y +1 3/4 यही क्या सी x -2 y -1 1/2 दोनों कंडीशन ऐसी लिख दी क्रॉस मल्टीप्लाई करांगे 4 इत्थे मल्टीप्लाई 4x +2 ते 3y +1 ना मल्टीप्लाई 3y +1 4 ਨੂੰ x ना किया 4x 4 ਨੂੰ 2 ना किया 8 ਤਾਂ 4x + 8 सेम उसी तरह 3y ते +3 3y +3 एक्स वाई इकट्ठे कर लो बाकी उधर भेज दो तो 4x 3y ਨੂੰ इधर भेजांगे -3y 8 ਨੂੰ उधर भेजा -8 +3 4x -3 -8 +3 कितना था -5 तो यह आ गया ठीक है सेम दूसरी कंडीशन नाल भी यही चीज़ करनी है x -2 अपॉन y -1 = 1/2 2 ਨੂੰ उधर मल्टीप्लाई किया 2x -2 = y -1 2 ਨੂੰ मल्टीप्लाई करेंगे 2x -4 सेम उसी तरह 3y ते +3 3y +3 एक्स वाई इकट्ठे कर लो बाकी उधर भेज दो तो 4x 3y ਨੂੰ इधर भेजांगे -3y 8 ਨੂੰ उधर भेजा -8 +3 4x -3 -8 +3 कितना था -5 तो यह आ गया ठीक है सेम दूसरी कंडीशन नाल भी यही चीज़ करनी है x -2 अपॉन y -1 = 1/2 2 ਨੂੰ उधर मल्टीप्लाई किया 2x -2 = y -1 2 ਨੂੰ मल्टीप्लाई करेंगे 2x -4 = y -1 यही सीगा -4 ਨੂੰ दूसरी साइड भेजा की बन जाएगा +4 है ना +4 बन जाएगा -4 उधर भेजा तो उत्थे -1 पहले ही सीगा तो y ਨੂੰ इधर भेजा प्लस का सी वो -y बन गया तो 2x - y = 4 - 1 4 - 1 कितना होता है 3 तो 2x - 4 ये आ गया ਹੁਣ अगर ਅਸੀਂ देखिए सानू साफ देख के पता चल रहा है कि x ਦੇ ਨਾਲ 4 है x ਦੇ ਨਾਲ 2 है तो 4 ਨੂੰ किस ਨਾਲ मल्टीप्लाई करें 2 बन सकता है नहीं बन सकता कभी भी बट 2 ਨੂੰ 4 बना सकते हैं 2 ਨਾਲ मल्टीप्लाई करके तो इस इक्वेशन ਅਸੀਂ 2 ਨਾਲ मल्टीप्लाई कर देंगे तो 2x - y = 2 × 3 मल्टीप्लाई किया 4x - 2y 6 यह बन गया एक यह इक्वेशन है एक यह इक्वेशन है दोनों 4x है लिख देंगे हैं तो माइनस करते हैं हम पॉजिटिव विच आंसर है तो इन्हें ऊपर रखो तो 4x - 2y = 6 तो 4x - 3y = -5 माइनस करांगे तो साइन चेंज माइनस जगह प्लस माइनस जगह प्लस 4x - 4x 0x -2 + 3 -2 + 3 या असी उल्टा करके लिख देते हैं जोड़ा प्लस वाली उन्होंने अगे लिख लो तो -2 3 - 2 कितना 1 यानी कि 1y तो 6 + 5 11 y की वैल्यू सीधा 11 आ गई यही वैल्यू में जोड़े मर्जी इक्वेशन च पुट कर दो तो मर्जी हैगी है मैं 4 च पुट किया यानी कि इस च पुट किया x - y = 3c 2x - y = 3c सॉरी 2x - y = 3c y की जगह 11 पुट किया 2x - 11 = 3 -11 ने दूसरी साइड +11 तो 3 + 11 14 2x = 14 है 2 ਨੂੰ डिवाइड कर दो तो 14/2 7 x की वैल्यू 7 आ गई x y दोनों पता चल गए वेरीफाई करांगे वेरीफाई दोनों कंडीशंस में डायरैक्ट जो लिखा सी उधर ही लिख लिया x की जगह 7 y की जगह 11 7 + 2 9 11 + 1 12 तो 9/12 है कटिंग होगी 3/4 बन जाएगा सेम x - 2 y - 1 हाफ है
x की जगह 7, y की जगह 11, 7 चो 2 गए 5, 11 चो 1 गया 10, 5/10 कटिंग होगी 1/2। यह साडा की कहते वेरीफिकेशन च भी दोनों सेम आ रहे हैं, तो आंसर यानी कि करैक्ट है। ठीक है, इस तरह साडा टाइप खत्म होंदा है।